पत्थर रोड़िया। एडी शक्ति वाला किहड़ा फकीर आया जां पीर आया जिहने मेरे सारे कतर कीता जिहड़ा पानी है वो भी सोख दिता। वो जिहड़ा भारी पत्थर सीगा वो सतगुरां ने सज्जे हत्थ नाल रोकिया। उत्थे गुरु नानक पातशाह जी दे पंजे दा निशान है। ਸਿੰਘਾਂ 'ਤੇ ਲਾਠੀ ਚਾਰਜ ਕੀਤਾ ਜਾਂਦਾ, ਉਹਨਾਂ ਨੂੰ ਤੇ ਪਾਣੀ ਦੇ ਛੱਪੜ ਵੀ ਸੁੱਟਦਾ ਜਾਂਦਾ, ਉਹਨਾਂ ਨੂੰ ਉਹਨਾਂ ਕੇਸਾਂ ਤੋਂ ਫੜ ਕੇ ਘੜੀਸਿਆ ਜਾਂਦਾ। ਜਦੋਂ ਬੇਹੋਸ਼ ਹੋ ਜਾਂਦੇ ਤਾਂ ਉਹਨਾਂ 'ਤੇ ਘੋੜੇ ਦੌੜਾਏ ਜਾਂਦੇ। ਬੇਟੀ ਨੇ ਇੰਨਾ ਅਤਿਆਚਾਰ ਕੀਤਾ ਕਿ ਹਰ ਪਾਸੇ ਹਾਹਾਕਾਰ ਮਚ ਗਈ। 96 ਡਾਂਗਾਂ ਮਾਰੀਆਂ, ਉਹ ਬੇਹੋਸ਼ ਹੋ ਗਿਆ, ਡਿੱਗ ਪਿਆ। ਤਾਂ ਉਸ ਸਮੇਂ ਬੇਟੀ ਨੇ ਕਿਹਾ, ਮਿਸਟਰ ਪ੍ਰਿਥੀਪਾਲ ਸਿੰਘ ਟੈਲ ਮੀ ਨਾਓ ਇਟ ਵੀਰ ਯੂਰ ਗੋਬਿੰਦਾ। ਜਦੋਂ ਇੰਨੀ ਗੱਲ ਕਹਿਣ ਦੀ ਦੇਰ ਸੀ ਤਾਂ ਉਹ ਪ੍ਰਿਥੀਪਾਲ ਸਿੰਘ ਫਿਰ ਆਪਣੇ ਦਿਲ 'ਚ ਅਰਦਾਸ ਕਰਕੇ ਖੜਾ ਹੋਇਆ। ਬੇਟੀ ਨੂੰ ਕਹਿੰਦਾ, ਮੈਂ ਤੁਹਾਨੂੰ ਹੁਣੇ ਦੱਸ ਦਿਆਂ, ਵੇਅਰ ਇਜ਼ ਮਾਈ ਗੁਰੂ ਗੋਬਿੰਦ ਸਿੰਘ ਜੀ। ਮੈਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਕਿ ਮੈਂ ਤੇਰੇ ਤੇ ਹੱਸ ਚੁੱਕਾ। ਇਹ ਗੁਰੂ ਕੇ ਬਾਗ ਦੇ ਮੋਰਚੇ ਦੇ ਕੈਦੀ ਜਿਹੜੇ ਆ ਉਹ ਟ੍ਰੇਨ 'ਚ ਸੀ। ਸਿੱਖ ਸੰਗਤਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀਆਂ ਸੀ। ਸਰਕਾਰ ਅੰਗਰੇਜ਼ਾਂ ਦੀ ਸੀ, ਉਹ ਉਹਨਾਂ ਨੂੰ ਪ੍ਰਸ਼ਾਦਾ ਛਕਣ ਨਹੀਂ ਸੀ ਦੇਣਾ ਚਾਹੁੰਦੇ। ਤੇ ਪੰਜਾ ਸਾਹਿਬ ਦੇ ਸਥਾਨ ਦੇ ਉੱਤੇ ਫਿਰ ਉਹ ਟ੍ਰੇਨ ਨੂੰ ਰੋਕਣ ਵਾਸਤੇ ਸਾਡੇ ਜਿਹੜੇ ਸਿੱਖ ਸੂਰਬੀਰਾਂ ਨੇ ਆਪਣੇ ਬਲ ਨਾਲ ਉਹਨੂੰ ਰੋਕਿਆ। ਫਿਰ ਅੰਗਰੇਜ਼ ਕਾਲ ਦੇ ਵਿੱਚ ਜਿਹੜਾ ਅੰਗਰੇਜ਼ਾਂ ਦਾ ਹੰਕਾਰ ਆ ਉਹ ਇੱਥੋਂ ਦੇ ਯੋਧਿਆਂ ਨੇ ਤੋੜਿਆ। ਦੁਨੀਆ ਦੇ ਰਹਿਬਰ ਪੁਰਸ਼ਾਂ ਦਾ ਇਤਿਹਾਸ ਪੜ੍ਹਦਿਆਂ ਸਭਨਾਂ ਦੇ ਵਿੱਚ ਇੱਕ ਗੱਲ ਸਾਂਝੀ ਵੇਖਣ ਨੂੰ ਮਿਲਦੀ ਹੈ ਕਿ ਉਹਨਾਂ ਦੁਨੀਆ ਨੂੰ ਸੱਚ ਦਾ ਰਾਹ ਤੇ ਰੱਬੀ ਪੈਗਾਮ ਦਿੱਤਾ। ਪਰ ਜਦੋਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਜਿੱਥੇ ਉਹਨਾਂ ਨੇ ਲੋਕਾਈ ਨੂੰ ਸੱਚ ਦਾ ਰਾਹ ਰੱਬੀ ਪੈਗਾਮ ਦਿੱਤਾ, ਉੱਥੇ ਹੀ ਧਰਮ ਦੇ ਰਾਹ ਤੇ ਚੱਲਣ ਵਾਲੇ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਦੈਵੀ ਸ਼ਕਤੀਆਂ ਦੇ ਹੰਕਾਰ ਨੂੰ ਤੋੜਦਿਆਂ ਉਹਨਾਂ ਨੂੰ ਉਹ ਦੈਵੀ ਸ਼ਕਤੀਆਂ ਲੋਕਾਈ ਦੇ ਭਲੇ ਹਿੱਤ ਵਰਤਨ ਦਾ ਵੀ ਸੁਨੇਹਾ ਦਿੱਤਾ। ਐਸੀ ਹੀ ਇੱਕ ਮਹਾਨ ਮਿਸਾਲ ਹੈ ਗੁਰਦੁਆਰਾ ਪੰਜਾ ਸਾਹਿਬ ਦਾ ਇਤਿਹਾਸ। प्रगट भई सगने जुग, प्रगट भई प्रगट भई प्रगट भई सगने जुग। जगत जलंदे नूं ठारदे लोकाई दा भला करदिआं जगत गुरु श्री गुरु नानक देव जी 1521 ईस्वी नूं जदों हसन अब्दाल पहुंचे तां लमेरा सफर होण कारण भाई मरदाने नूं प्यास लगी हुई सी। नेड़ला पानी दा स्रोत वली कंधारी दा चश्मा सी जिथे प्यास बुझाई जा सकती सी। भाई मरदाना जदों पहाड़ी चढ़ चश्मे कोल गया तां ज्यों ही पानी पीण लई हत्थ अगे कीते वली कंधारी ने उसनूं पानी पीण तो वर्ज दिता। प्यास दा सताया भाई मरदाना जदों गुरु नानक साहब पास मुड़ आया तां गुरु साहब ने उसनूं मुड़ वली कंधारी वल भेजिया। सो अजिहा कई वार होया ते इत्थों तक वली कंधारी ने ना सिर्फ भाई मरदाने नूं मंदा बोलिया बल्कि गुरु नानक साहब बारे भी अपशब्द बोले। सो जदों वली कंधारी अपनी जिद ते अड़िया रहा ते पानी ना दिता तां गुरु नानक साहब ने एक पत्थर चुकिया जिस हेठों निर्मल जल दा चश्मा फुटिया ते देखदियां ही देखदियां वली कंधारी वाला चश्मा पानी तो खाली हो गया। क्रोध च भरे वली कंधारी ने गुरु साहब नूं चोट पहुंचाउण दे मंतव दे नाल एक पत्थर उन्हां वल रोड़िया जिसनूं गुरु नानक साहब ने अपने हत्थ दे पंजे नाल रोक लिया। उस पत्थर उत्ते पंजे दा निशान पै गया जो अज भी उसी तरह कायम है। गुरु नानक पातशाह जी 1521 ईस्वी के करीब पश्चिम की उदासी समय इस स्थान पर गए। इत्थे जिहड़ा हसन अब्दाल नाम का फकीर सीगा जिन्हों इलाके दे लोग वली भी कहते सी और उहदी कंधार विच मौत होई करके वली कंधारी शब्द भी साडे ਸਾਹਿਤ ਦੇ ਵਿੱਚ ਪ੍ਰਚਲਿਤ ਹੈ। ਉਹਨੇ ਇੱਕ ਉੱਚੀ ਪਹਾੜੀ ਤੇ ਜਿੱਥੇ ਉਹਦਾ ਵਾਸਾ ਸੀਗਾ ਉੱਥੇ ਉਹਨੇ ਪਾਣੀ ਜਿਹੜਾ ਕਾਫੀ ਇਕੱਤਰ ਕੀਤਾ ਸੀ ਜਿਹਨੂੰ ਤਲਾਬ ਸ਼ਬਦ ਵਰਤਿਆ ਜਾਂਦਾ ਕਿ ਉਹਨੇ ਉਹਦੇ ਤੇ ਉਹਦਾ ਕਬਜ਼ਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਦਾਸੀ ਦੇ ਸਮੇਂ ਇਸ ਸਥਾਨ ਤੇ ਗਏ, ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤਾਂ ਸਤਿਗੁਰਾਂ ਨੇ ਕਲਾ ਵਰਤਾਉਣੀ ਸੀ ਕਿ ਭਾਈ ਮਰਦਾਨਾ ਜੀ ਨੂੰ ਪਾਣੀ ਵਾਸਤੇ ਉਸ ਵਲੀ ਕੰਧਾਰੀ ਪਾਸ ਭੇਜਿਆ। ਤਾਂ ਉਹਦੇ ਵਿੱਚ ਬਹੁਤ ਵੱਡਾ ਹੰਕਾਰ ਸੀ ਕਿਉਂਕਿ ਉਹਦੀ ਇਲਾਕੇ ਵਿੱਚ ਚੰਗੀ ਮਾਨਤਾ ਸੀ ਤਾਂ ਉਹਨੇ ਪਾਣੀ ਤੋਂ ਇਨਕਾਰ ਕਰ ਦਿੱਤਾ। ਸਤਿਗੁਰਾਂ ਨੇ ਫੇਰ ਭਾਈ ਮਰਦਾਨਾ ਜੀ ਨੂੰ ਭੇਜਿਆ, ਤੂੰ ਫੇਰ ਇੱਕ ਵਾਰੀ ਜਾ।
ਸਾਡੀ ਜਿੰਨਾ ਸਾਖੀ ਸਾਹਿਤ ਉਹਦੇ ਵਿੱਚ ਪ੍ਰਚਲਿਤ ਹੈ। ਪਰ ਉਸ ਵਲੀ ਨੇ ਹੰਕਾਰ ਵਿੱਚ ਜਿਹੜਾ ਪੀਰ ਜਿਹਦੇ ਤੂੰ ਸਾਥ ਹੈ, ਤੇ ਜੇ ਉਹ ਐਡਾ ਪਹੁੰਚਿਆ ਹੋਇਆ ਤੇ ਪਾਣੀ ਦੀ ਮੰਗ ਉਹਦੇ ਕੋਲੋਂ ਕਰ। ਔਰ ਸਤਿਗੁਰਾਂ ਨੇ ਆਪਣੀ ਦੈਵੀ ਸ਼ਕਤੀ ਦੇ ਨਾਲ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਨੀਚੋਂ ਇੱਕ ਪੱਥਰ ਉਠਾਓ, ਤੇ ਜਿੰਨਾ ਵੀ ਤਲਾਬ ਦਾ ਪਾਣੀ ਸੀ ਉਹ ਜਿਹੜਾ ਉੱਥੋਂ ਸੁੱਕ ਗਿਆ ਤੇ ਪਾਣੀ ਜਿਹੜਾ ਵਗਿਆ, ਭਾਈ ਮਰਦਾਨਾ ਜੀ ਨੇ ਉਹ ਜਲ ਛਕਿਆ। ਇਹ ਗੁੱਸੇ ਵਿੱਚ ਆ ਕੇ ਜਿਹੜੇ ਵਲੀ ਕੰਧਾਰੀ ਨੇ ਉੱਪਰੋਂ ਇੱਕ ਪੱਥਰ ਰੋੜਿਆ ਕਿ ਇਹ ਐਡੀ ਸ਼ਕਤੀ ਵਾਲਾ ਕਿਹੜਾ ਫਕੀਰ ਆਇਆ ਜਾਂ ਪੀਰ ਆਇਆ ਜਿਹਨੇ ਮੇਰੇ ਸਾਰੇ ਇਕੱਤਰ ਕੀਤਾ ਜਿਹੜਾ ਪਾਣੀ ਹੈ ਉਹ ਵੀ ਸੋਕ ਦਿੱਤਾ। ਤੇ ਉਹ ਜਿਹੜਾ ਭਾਰੀ ਪੱਥਰ ਸੀਗਾ ਉਹ ਸਤਿਗੁਰਾਂ ਨੇ ਸੱਜੇ ਹੱਥ ਨਾਲ ਰੋਕਿਆ। ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜੇ ਦਾ ਨਿਸ਼ਾਨ ਹੈ। ਇਹ ਜਦੋਂ ਪਿਸ਼ਾਵਰ ਨੂੰ ਲਾਹੌਰ ਵਾਲੀ ਸੜਕ ਦੇ ਉੱਤੇ ਹਸਨ ਅਬਦਾਲ ਨਾਂ ਦਾ ਕਸਬਾ ਹੈ, ਇਹ ਉਸ ਵਲੀ ਦੇ ਨਾਂ ਉੱਤੇ ਹੈ। ਪਰ ਉਹ ਜਿਹੜਾ ਇਹਦਾ ਨਾਂ ਪੰਜਾ ਸਾਹਿਬ ਜਿਹੜਾ ਸਾਡਾ ਸਥਾਨ ਪ੍ਰਚਲਿਤ ਹੋਇਆ। ਅੱਜ ਵੀ ਸੰਗਤਾਂ ਕਿਉਂਕਿ ਜਦੋਂ ਜਾਂਦੀਆਂ ਨੇ ਉੱਥੇ ਦਰਸ਼ਨ ਦੀਦਾਰ ਕਰਨ ਵਾਸਤੇ, ਪੰਜਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦੀਆਂ। ਔਰ ਇਹਦਾ ਇੱਕ ਮੁੱਖ ਹੈ ਕਿ ਜਿਹੜਾ ਕਾਬਜ ਬਿਰਤੀ ਹੈ ਕਿਸੇ ਵਸਤੂ ਦੇ ਉੱਤੇ, ਕਿਸੇ ਪਾਣੀ ਦੇ ਉੱਤੇ, ਕਿਸੇ ਸਰੋਤ ਦੇ ਉੱਤੇ, ਸਤਿਗੁਰਾਂ ਨੇ ਉਹਦਾ ਹੰਕਾਰ ਵੀ ਦੂਰ ਕੀਤਾ ਕਿ ਰੱਬ ਦੇ ਪਿਆਰਿਆਂ ਨੂੰ ਜਾਂ ਰੱਬ ਦੇ ਬੰਦਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ। ਤੇ ਵਲੀ ਦਾ ਉੱਥੇ ਹੰਕਾਰ ਵੀ ਟੁੱਟਾ ਔਰ ਉਹ ਜਿਹੜਾ ਮਹਾਨ ਸਥਾਨ ਜਿਹੜਾ ਪੰਜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 40 ਕਿਲੋਮੀਟਰ ਉੱਤਰ ਪੱਛਮ ਵੱਲ ਸਥਿਤ ਇਸ ਅਸਥਾਨ ਦਾ 14ਵੀਂ 15ਵੀਂ ਸਦੀ 'ਚ ਨਾਮ ਹਰੋਸੀ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਬਾਵਜੂਦ ਇਹ ਅਸਥਾਨ ਅਣਗੌਲਿਆ ਰਿਹਾ। ਮਹਾਰਾਜਾ ਰਣਜੀਤ ਸਿੰਘ ਪਹਿਲੀ ਵਾਰ 23 ਅਗਸਤ 1818 ਈਸਵੀ ਨੂੰ ਇਸ ਇਤਿਹਾਸਕ ਅਸਥਾਨ ਤੇ ਪਹੁੰਚੇ। 1823 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਤੇ ਸਰਦਾਰ ਹੁਕਮ ਸਿੰਘ ਚਿਮਣੀ ਨੇ ਇਸ ਥਾਂ ਇਮਾਰਤ ਬਣਵਾਈ ਤੇ ਈਸ਼ਰ ਸਿੰਘ ਨਾਮ ਦੇ ਸਿੱਖ ਨੂੰ ਇਸ ਅਸਥਾਨ ਦੀ ਸੇਵਾ ਸੰਭਾਲ ਲਈ ਨਿਯੁਕਤ ਕੀਤਾ। ਜਿੰਨੇ ਵੀ ਕਿਤੇ ਸਾਕੇ ਹੋਏ ਜਾਂ ਇਹੋ ਜਿਹੇ ਕੌਤਕੀ ਢੰਗ ਹੋਏ, ਵਰਤਾਰੇ ਹੋਏ, ਇਹ ਸਿੱਖ ਸਮਾਜ ਦੀਆਂ ਮਾਨਤਾਵਾਂ ਦੇ ਵਿੱਚ ਪ੍ਰਚਲਿਤ ਸੀ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਵੱਡੀ ਸ਼ਰਧਾ ਸੀ ਜਿਹੜੀ ਆ ਗੁਰੂ ਘਰ ਦੇ ਉੱਤੇ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਦਾਰ ਹਰੀ ਸਿੰਘ ਨਲੂਆ ਨੇ ਇਸ ਸਥਾਨ ਦੀ ਜਿਹੜੀ ਆ ਸੇਵਾ ਕਰਾਈ। ਇੱਥੇ ਜਿਹੜਾ ਉੱਚਾ ਗੁੰਬਦ ਵੀ ਬਣਾਇਆ, ਗੁਰਦੁਆਰਾ ਸਾਹਿਬ ਬਣਿਆ, ਸਰੋਵਰ ਵੀ ਬਣਾਇਆ ਔਰ ਯਾਤਰੂਆਂ ਲਈ ਸਰਾਂ ਵੀ ਬਣਾਈ। ਔਰ ਹਰੀ ਸਿੰਘ ਨਲੂਆ ਬਾਰੇ ਪ੍ਰਚਲਿਤ ਹੈ ਕਿ ਜਦੋਂ ਵੀ ਉਹ ਕਿਸ ਮੁਹਿੰਮ ਤੇ ਜਾਂਦੇ ਆ ਉੱਥੇ ਅਖੰਡ ਪਾਠ ਕਰਾਉਂਦੇ ਆ, ਅਰਦਾਸ ਕਰਕੇ ਪੰਜਾ ਸਾਹਿਬ ਤੋਂ ਚੱਲਦੇ ਆ। ਔਰ ਮਹਾਰਾਜਾ ਰਣਜੀਤ ਸਿੰਘ ਵੀ ਜਦ ਵੀ ਉਹ ਪਿਸ਼ਾਵਰ ਵਾਲੇ ਇਲਾਕੇ 'ਚ ਜਾਂਦੇ ਆ ਤੇ ਇਸ ਸਥਾਨ ਦੇ ਉੱਤੇ ਅਰਦਾਸ ਕਰਕੇ ਨਮਸਕਾਰ ਕਰਕੇ ਤੁਰਦੇ ਆ। ਇਸ ਲਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਸਰਦਾਰ ਹਰੀ ਸਿੰਘ ਨਲੂਆ ਨੇ ਇਸ ਸਥਾਨ ਦੀ ਜਿਹੜੀ ਸੇਵਾ ਸੰਭਾਲ ਕੀਤੀ। ਇੱਕ ਸਾਧੂ ਸਿੰਘ ਨਿਹੰਗ ਸੀਗਾ, ਉਹਦਾ ਜਥਾ ਸੀ, ਉਹ ਸਾਰੇ ਨੂੰ ਉਹਦੀ ਸੇਵਾ ਸੰਭਾਲ ਲਈ ਲਾਇਆ। ਉਹਨਾਂ ਦੀ ਰੋਟੀ ਰੋਜੀ ਦਾ ਵੀ ਪ੍ਰਬੰਧ ਕੀਤਾ ਕਿ ਪੰਜਾ ਸਾਹਿਬ ਦੇ ਨਾਂ ਜਗੀਰ ਲਵਾਈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਹੁਤ ਵੱਡੀ ਕਹਿ ਲਓ ਦੇਣ ਸੀ ਸਮਾਜ ਦੇ ਵਿੱਚ ਕਿ ਉਹਨਾਂ ਨੇ ਮੰਦਰਾਂ ਨੂੰ, ਮਸਜਿਦਾਂ ਨੂੰ ਵੀ ਬਰਾਬਰ ਜਿਹੜਾ ਰੱਖਿਆ, ਪਰ ਜਿੰਨੇ ਗੁਰਦੁਆਰਾ ਸਾਹਿਬ ਨੇ ਸਾਰਿਆਂ ਦੇ ਜਿਹੜੇ ਨਾਂ ਤੇ ਜਗੀਰਾਂ ਲਵਾਈਆਂ ਤਾਂ ਕਿ ਉੱਥੇ ਜਿਹੜਾ ਰੋਟੀ ਰੋਜੀ ਦਾ ਮਸਲਾ ਵੀ ਜਿਹੜਾ ਉੱਥੋਂ ਦੇ ਪ੍ਰਬੰਧ ਕਰਨ ਵਾਲੇ ਦਾ ਉਹਦਾ ਹੱਲ ਹੋ ਸਕੇ। ਸਦੀਵ ਕਾ ਅੱਜ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਇਸ ਮੁਕੱਦਸ ਧਰਤੀ ਦੀ ਧੂੜ ਲੈਣ ਲਈ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ ਹਨ। ਕੋਟ ਬਿਗਨ ਲਾਖੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਸਿੱਖੀ ਸਿਦਕ ਦੀ ਪਰਖ ਵਜੋਂ ਜਾਣਿਆ ਜਾਂਦਾ ਸਾਕਾ ਪੰਜਾ ਸਾਹਿਬ, ਜਿਸ ਨੂੰ ਪੜ੍ਹਿਆਂ ਅੱਜ ਵੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਗੁਰੂ ਦਾ ਸਿਧਾਂਤ ਮੰਨਿਆ, ਕਿਸ ਤਰ੍ਹਾਂ ਰੇਲ ਦੇ ਹੇਠਾਂ ਆ ਕੇ ਸ਼ਹਾਦਤਾਂ ਦੇ ਕੇ ਵੀ ਭੁੱਖਣ ਭਾਣੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਕੇ ਇੱਕ ਮਿਸਾਲ ਕਾਇਮ ਕੀਤੀ। ਮੋਰਚਾ ਗੁਰੂ ਕਾ ਬਾਗ, ਜਿਸ ਦਾ ਸਿੱਧਾ ਸਬੰਧ ਸਾਕਾ ਪੰਜਾ ਸਾਹਿਬ ਨਾਲ ਜੁੜਦਾ ਹੈ। ਮੋਰਚਾ ਗੁਰੂ ਕਾ ਬਾਗ ਜਦੋਂ ਪੂਰੇ ਸਿਖਰ ਤੇ ਪਹੁੰਚ ਚੁੱਕਿਆ ਸੀ
ਤਾਂ ਮੋਰਚੇ 'ਚ ਹਿੱਸਾ ਲੈਣ ਵਾਲੇ ਸਿੰਘਾਂ ਨੂੰ ਬੇਤਹਾਸ਼ਾ ਜ਼ੁਲਮ ਦਾ ਸ਼ਿਕਾਰ ਬਣਾਏ ਜਾਣ ਦੇ ਬਾਵਜੂਦ 3000 ਤੋਂ ਵਧੇਰੇ ਅਕਾਲੀ ਜੇਲ੍ਹਾਂ ਵਿੱਚ ਪਹੁੰਚ ਗਏ ਸਨ ਤੇ ਅਜੇ ਵੀ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਲਈ ਆਉਣ ਵਾਲੇ ਅਕਾਲੀਆਂ ਦੀ ਗਿਣਤੀ 'ਚ ਕਮੀ ਨਹੀਂ ਸੀ ਆਈ। ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਹੈ ਉਹ 8 ਅਗਸਤ 1920 ਨੂੰ ਹੋਇਆ, ਕਿਉਂਕਿ ਜਿਹੜਾ ਸਥਾਨ ਹੈ ਇਹ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਹੈ। ਉਹਦੇ ਵਿੱਚ ਜਿਹੜਾ ਇੱਕ ਬਾਗ ਸੀਗਾ ਉਹਦੇ ਵਿੱਚ ਸੁੱਕੇ ਕਿੱਕਰ ਦੇ ਦਰਖਤ ਖੜ੍ਹੇ ਸੀ ਅਤੇ ਉੱਥੋਂ ਦਾ ਜਿਹੜਾ ਮਹੰਤ ਸੀ ਸੁੰਦਰਦਾਸ, ਉਹ ਬੜਾ ਵਿਚਾਰੀ ਸੀ, ਬੜੇ ਉਹਦੀਆਂ ਸ਼ਿਕਾਇਤਾਂ ਸੀ। ਤਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਇਲਾਕੇ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਉਸ ਸੰਬੰਧੀ ਆਵਾਜ਼ ਬੁਲੰਦ ਕੀਤੀ ਅਤੇ ਇੱਕ ਬਹੁਤ ਵੱਡਾ ਇਕੱਠ ਗੁਰੂ ਕੇ ਬਾਗ ਵਿੱਚ ਇਕੱਠਾ ਕੀਤਾ, ਜਿਹਦੇ ਵਿੱਚ ਕਰਤਾਰ ਸਿੰਘ ਝੱਬਰ ਅਤੇ ਬਾਕੀ ਜਥੇਦਾਰ ਉੱਥੇ ਇਕੱਠੇ ਹੋਏ। ਉਹਨਾਂ ਨੇ ਉਹ ਗੁਰਦੁਆਰੇ ਦੇ ਪ੍ਰਬੰਧ ਨੂੰ ਸੰਭਾਲਦੇ ਹੋਏ ਜਿਹੜਾ ਸੁੰਦਰ ਦਾਸ ਸੀ ਉਹਨੂੰ ਪਾਸੇ ਕੀਤਾ, ਲੇਕਿਨ ਉਸ ਨੇ ਭਾਈ ਦਾਨ ਸਿੰਘ ਵਿਛੋਆ ਰਾਹੀਂ ਗੱਲਬਾਤ ਕਰਕੇ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਕਰਨਾ ਪ੍ਰਵਾਨ ਕਰ ਲਿਆ। ਗੱਲਬਾਤ ਵੀ ਕਲੀਅਰ ਹੋ ਗਈ, ਉਹਨੇ ਅੰਮ੍ਰਿਤ ਵੀ ਛਕ ਲਿਆ। ਉਹਨੇ ਇੱਥੋਂ ਤੱਕ ਕਿ ਆਪਣੀ ਜਿਹੜੀ ਘਰ ਵਾਲੀ ਸੀ ਉਹਨੂੰ ਵੀ ਅੰਮ੍ਰਿਤ ਛਕਾ ਲਿਆ, ਇੱਕ ਲੇਡੀ ਰੱਖ ਲਈ, ਬਾਕੀ ਨੂੰ ਪਾਸੇ ਕਰਤਾ। ਲੇਕਿਨ ਅੰਗਰੇਜ਼ ਸਰਕਾਰ ਨਹੀਂ ਚਾਹੁੰਦੀ ਸੀ ਕਿ ਉਹ ਜਿਹੜਾ ਮਹੰਤ ਹੈ ਉਹਨਾਂ ਦੇ ਅਧੀਨ ਹੋ ਕੇ ਚੱਲੇ। ਉਹ ਇਸ ਗੱਲ ਦੇ ਵਿੱਚ ਅੜਿੱਕਾ ਡਾ ਰਹੀ ਸੀ ਅਤੇ ਉਹਨਾਂ ਨੇ ਮਹੰਤ ਨੂੰ ਥਾਪੜਾ ਦਿੱਤਾ। ਉਸ ਤੋਂ ਪਹਿਲਾਂ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਚੁੱਕਿਆ ਸੀ, ਜਿਹਦੇ ਕਰਕੇ ਹਰ ਪਾਸੇ ਜਿਹੜੀ ਸੀ ਇਹ ਚਰਚਾ ਚੱਲ ਰਹੀ ਸੀ ਕਿ ਅੰਗਰੇਜ਼ ਸਰਕਾਰ ਨੇ ਆਹ ਜੋ ਕਾਰਾ ਕਰਾਇਆ ਬੜਾ ਘਟੀਆ ਕਾਰਾ ਕਰਵਾਇਆ। ਸੁੰਦਰਦਾਸ ਅੰਗਰੇਜ਼ ਦੀਆਂ ਗੱਲਾਂ ਵਿੱਚ ਆ ਕੇ ਉਹ ਫਿਰ ਪੁਰਾਣੇ ਕਰਮਾਂ 'ਤੇ ਆ ਗਿਆ ਅਤੇ ਜਦੋਂ 5 ਸਿੰਘ 8 ਅਗਸਤ ਨੂੰ ਗੁਰੂ ਕੇ ਬਾਗ ਦੇ ਵਿੱਚ ਉਹ ਕਿੱਕਰਾਂ ਵੱਢਣ ਗਏ ਤਾਂ ਉਹਨਾਂ ਨੂੰ ਉਹਨੇ ਉੱਥੋਂ ਅਰੈਸਟ ਕਰਾਤਾ। ਅਰੈਸਟ ਕਰਾਉਣ ਤੋਂ ਬਾਅਦ ਅਗਲੇ ਦਿਨ ਉਹਨਾਂ ਨੂੰ ਚਲਾਨ ਪੇਸ਼ ਕਰਕੇ ਉਹਨਾਂ 'ਤੇ ਜੁਰਮਾਨਾ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸੇ ਆਧਾਰ 'ਤੇ ਮੋਰਚਾ ਸ਼ੁਰੂ ਹੋ ਗਿਆ। ਸਿੰਘ ਗੁਰੂ ਕੇ ਬਾਗ 'ਚ ਲੱਕੜਾਂ ਕੱਟਣ ਜਾਂਦੇ ਅਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ, ਲੇਕਿਨ ਆਫਟਰ ਸਮਡੇ ਵੀ ਜਦੋਂ ਬੇਟੀ ਉੱਥੇ ਆ ਗਿਆ ਤਾਂ ਬੇਟੀ ਨੇ ਸਿੰਘਾਂ 'ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਤਸ਼ੱਦਦ ਵੀ ਇੰਨਾ ਖਤਰਨਾਕ ਸੀ ਕਿ ਪਹਿਲਾਂ ਸਿੰਘਾਂ 'ਤੇ ਲਾਠੀ ਚਾਰਜ ਕੀਤਾ ਜਾਂਦਾ, ਉਹਨਾਂ ਨੂੰ ਕਿਸੇ ਪਾਣੀ ਦੇ ਛੱਪੜ ਵਿੱਚ ਸੁੱਟ ਦਿੱਤਾ ਜਾਂਦਾ, ਉਹਨਾਂ ਨੂੰ ਉਹਨਾਂ ਕੇਸਾਂ ਤੋਂ ਫੜ ਕੇ ਘੜੀਸਿਆ ਜਾਂਦਾ। ਜਦੋਂ ਬੇਹੋਸ਼ ਹੋ ਜਾਂਦੇ ਤਾਂ ਉਹਨਾਂ 'ਤੇ ਘੋੜੇ ਦੌੜਾਏ ਜਾਂਦੇ। ਉਹਨਾਂ 'ਤੇ ਇਹੋ ਜਿਹਾ ਅਤਿਆਚਾਰ ਦੀ ਚਰਚਾ ਸਮੁੱਚੇ ਸੰਸਾਰ ਵਿੱਚ ਫੈਲੀ, ਜਿਹਨੂੰ ਉਸ ਸਮੇਂ ਦੇ ਜਿਹੜੇ ਨੇਤਾ ਸੀਗੇ ਉਹਨਾਂ ਨੇ ਆ ਕੇ ਆਪਣੇ ਅੱਖੀਂ ਦੇਖਿਆ। ਈਵਨ ਮਦਨ ਮੋਹਨ ਮਾਲਵੀਆ ਨੇ ਉਸ ਗੱਲ ਨੂੰ ਵੱਡੇ ਪੱਧਰ 'ਤੇ ਚੱਕਿਆ ਵੀ ਇਹ ਜਿਹੜਾ ਅਤਿਆਚਾਰ ਹੋ ਰਿਹਾ ਹੈ ਇਹ ਅਣਮਨੁੱਖੀ ਅਤਿਆਚਾਰ ਹੋ ਰਿਹਾ ਹੈ। ਅਤੇ ਉਸ ਸਮੇਂ ਦੇ ਇੱਕ ਪਾਦਰੀ ਜਿਹੜੇ ਸਨ ਉਹਨਾਂ ਨੇ ਵੀ ਆ ਕੇ ਆਪਣੇ ਅੱਖੀਂ ਦੇਖਿਆ। ਉਹਨੇ ਗਵਰਨਰ ਨੂੰ ਕਿਹਾ ਵੀ ਇਹ ਗੱਲ ਅਤਿਆਚਾਰ ਨਹੀਂ ਹੋਣਾ ਚਾਹੀਦਾ। ਉਹ ਪਾਦਰੀ ਦੇ ਕਹਿਣ 'ਤੇ ਫਿਰ ਉਹ ਅਤਿਆਚਾਰ ਤਾਂ ਬੰਦ ਹੋ ਗਿਆ, ਪਰੰਤੂ ਗ੍ਰਿਫਤਾਰੀਆਂ ਜਾਰੀ ਰਹੀਆਂ। ਉਸ ਸਮੇਂ ਜੋ ਅਤਿਆਚਾਰ ਹੋਇਆ ਉਹਦੇ ਵਿੱਚ ਪ੍ਰਿਥੀਪਾਲ ਸਿੰਘ ਜੋ ਖਾਲਸਾ ਕਾਲਜ ਅੰਮ੍ਰਿਤਸਰ ਦਾ ਸਟੂਡੈਂਟ ਸੀਗਾ ਅਤੇ ਬਾਅਦ ਦੇ ਵਿੱਚ ਲਹਿਲਪੁਰ ਦਾ ਜਥੇਦਾਰ ਬਣਿਆ। ਲਹਿਲਪੁਰ ਤੋਂ ਜਦੋਂ ਜਥਾ ਲੈ ਕੇ ਆਉਂਦਾ ਹੈ ਤਾਂ ਗਿਣ ਕੇ ਉਹਦੇ 96 ਡਾਂਗਾਂ ਮਾਰੀਆਂ ਗਈਆਂ। ਜਦੋਂ 96 ਡਾਂਗਾਂ ਮਾਰੀਆਂ ਉਹ ਬੇਹੋਸ਼ ਹੋ ਗਿਆ, ਡਿੱਗ ਪਿਆ। ਤਾਂ ਉਸ ਸਮੇਂ ਬੇਟੀ ਨੇ ਕਿਹਾ ਮਿਸਟਰ ਪ੍ਰਿਥੀਪਾਲ ਸਿੰਘ ਟੈਲ ਮੀ ਨਾਓ ਇਜ਼ ਵੇਅਰ ਯੂਅਰ ਗੋਬਿੰਦਾ। ਜਦੋਂ ਇੰਨੀ ਗੱਲ ਕਹਿਣ ਦੀ ਦੇਰ ਸੀ ਤਾਂ ਉਹ ਪ੍ਰਿਥੀਪਾਲ ਸਿੰਘ ਫਿਰ ਗੁਰੂ ਆਪਣੇ ਦਿਲ 'ਚ ਅਰਦਾਸ ਕਰਕੇ ਖੜ੍ਹਾ ਹੋਇਆ ਅਤੇ ਬੇਟੀ ਨੂੰ ਕਹਿੰਦਾ ਹੈ ਮਿਸਟਰ ਬੇਟੀ ਮੈਂ ਤੁਹਾਨੂੰ ਹੁਣੇ ਦੱਸ ਦਿਆਂ ਵੇਅਰ ਇਜ਼ ਮਾਈ ਗੁਰੂ ਗੋਬਿੰਦ ਸਿੰਘ ਜੀ, ਮੈਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਕਿ ਮੈਂ ਤੇਰੇ 'ਤੇ ਹੱਸ ਚੁੱਕਾ। ਦੇਖੋ ਉਸ ਸਮੇਂ ਦੀ ਅੰਗਰੇਜ਼ ਸਰਕਾਰ ਨੇ ਜੋ ਅਤਿਆਚਾਰ ਕੀਤੇ ਉਹ ਗਾਥਾ ਬੜੀ ਲੰਮੀ ਹੈ। ਹਰ ਰੋਜ਼ ਅਤਿਆਚਾਰ ਕੀਤੇ ਜਾਂਦੇ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦੇਖਣ ਵਾਸਤੇ ਉਹਦੇ ਇਕੱਠੇ ਹੁੰਦੇ। ਉੱਥੇ ਕਿਸੇ ਨੂੰ ਨਹੀਂ ਬਖਸ਼ਿਆ ਗਿਆ, ਭਾਵੇਂ ਕੋਈ ਵੱਡਾ ਸੀ ਛੋਟਾ ਸੀ। ਬੇਟੀ ਨੇ ਇੰਨਾ ਅਤਿਆਚਾਰ ਕੀਤਾ
ਕਿ ਹਰ ਪਾਸੇ ਹਾਹਾਕਾਰ ਮਚ ਗਈ। 25 ਅਕਤੂਬਰ ਨੂੰ ਸੂਬੇਦਾਰ ਅਮਰ ਸਿੰਘ ਢਾਲੀਵਾਲ ਦੀ ਅਗਵਾਈ 'ਚ 101 ਸਾਬਕਾ ਫੌਜੀਆਂ ਨੇ ਗ੍ਰਿਫਤਾਰੀ ਦਿੱਤੀ, ਜਿਨ੍ਹਾਂ ਨੂੰ ਅੰਮ੍ਰਿਤਸਰ ਲਿਜਾ ਕੇ 27 ਅਕਤੂਬਰ ਨੂੰ ਮੈਜਿਸਟ੍ਰੇਟ ਲਾਲਾ ਅਮਰਨਾਥ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਕੁਝ ਵਡੇਰੀ ਉਮਰ ਦੇ ਅਕਾਲੀਆਂ ਨੂੰ ਛੱਡ ਬਾਕੀਆਂ ਨੂੰ 2-2 ਸਾਲ ਦੀ ਕੈਦ ਹੋਈ ਅਤੇ ਅੰਮ੍ਰਿਤਸਰ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ। ਇਹ ਜੇਲ੍ਹ ਪਹਿਲਾਂ ਹੀ ਕੈਦੀਆਂ ਦੇ ਨਾਲ ਤੁੰਨੀ ਪਈ ਸੀ। ਇਸ ਸਥਿਤੀ ਨੂੰ ਟਾਲਣ ਵਾਸਤੇ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਬੰਦੀਆਂ ਨੂੰ ਵੱਖ-ਵੱਖ ਜੇਲ੍ਹਾਂ 'ਚ ਭੇਜਣ ਦੀ ਯੋਜਨਾ ਬਣਾ ਕੇ ਰੇਲ ਰਾਹੀਂ ਵੱਖ-ਵੱਖ ਟਿਕਾਣਿਆਂ ਤੇ ਭੇਜਿਆ ਤੇ ਜਦੋਂ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਰਾਹ 'ਚ ਬੰਦੀਆਂ ਦੀ ਲੰਗਰ ਪਾਣੀ ਨਾਲ ਸੇਵਾ ਕੀਤੀ, ਜੋ ਸਰਕਾਰ ਦੇ ਲਈ ਦੇਖਣਾ ਅਸਹਿਣਸ਼ੀਲ ਸੀ। ਸੋ ਜਦੋਂ ਹੁਣ ਬੰਦੀਆਂ ਦੀ ਅਗਲੀ ਟੋਲੀ ਭੇਜਣ ਦੀ ਵਾਰੀ ਆਈ ਤਾਂ ਸਰਕਾਰ ਨੇ ਇਸ ਵਾਰ ਆਮ ਯਾਤਰੂਆਂ ਵਾਲੀ ਗੱਡੀ ਦੀ ਥਾਂ ਸਪੈਸ਼ਲ ਗੱਡੀ ਦਾ ਪ੍ਰਬੰਧ ਕੀਤਾ ਤਾਂ ਜੋ ਇਹ ਕਿਤੇ ਨਾ ਰੁਕ ਸਕੇ। ਸੋ 203 ਕੈਦੀਆਂ ਨੂੰ ਲੈ ਕੇ 29 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਇੱਕ ਸਪੈਸ਼ਲ ਟ੍ਰੇਨ ਰਵਾਨਾ ਹੁੰਦੀ ਹੈ। ਜਦੋਂ ਇਹ ਸੂਚਨਾ ਪੰਜਾ ਸਾਹਿਬ ਪਹੁੰਚੀ ਤਾਂ ਉੱਥੋਂ ਦੀ ਸੰਗਤ ਨੇ ਪਿਛਲੇ ਦਿਨੀ ਬੰਦੀ ਅਕਾਲੀਆਂ ਨੂੰ ਲੰਗਰ ਨਾ ਛਕਾਉਣ ਦੇ ਹੋਏ ਅਫਸੋਸ ਤੋਂ ਮੁਕਤ ਹੋਣ ਲਈ ਇਸ ਵਾਰ ਮੌਕਾ ਨਾ ਖੁੰਝਾਉਣ ਦਾ ਐਲਾਨ ਕਰ ਦਿੱਤਾ। ਵੱਡੀ ਗਿਣਤੀ 'ਚ ਲੋਕ ਤਰ੍ਹਾਂ-ਤਰ੍ਹਾਂ ਦੇ ਪਦਾਰਥ ਲੈ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਤੇ ਸਟੇਸ਼ਨ ਮਾਸਟਰ ਨੂੰ ਰੇਲ ਗੱਡੀ ਰੋਕਣ ਬਾਰੇ ਮੰਗ ਕੀਤੀ ਤਾਂ ਜੋ ਰਾਤ ਤੋਂ ਭੁੱਖੇ ਪਿਆਸੇ ਕੈਦੀ ਵੀਰਾਂ ਲਈ ਲੰਗਰ ਪਾਣੀ ਦੇ ਨਾਲ ਸੇਵਾ ਕੀਤੀ ਜਾ ਸਕੇ। ਪਰ ਜਦੋਂ ਸਟੇਸ਼ਨ ਮਾਸਟਰ ਨੇ ਗੱਡੀ ਰੋਕਣ ਤੋਂ ਸਾਫ਼ ਮਨਾ ਕਰ ਦਿੱਤਾ ਤਾਂ ਸੰਗਤ ਨੇ ਹਰ ਤਰ੍ਹਾਂ ਦੀ ਕੁਰਬਾਨੀ ਕਰਦਿਆਂ ਗੱਡੀ ਰੋਕਣ ਦਾ ਫੈਸਲਾ ਕੀਤਾ। ਜਿਉਂ ਹੀ ਗੱਡੀ ਦੇ ਇੰਜਨ ਦਾ ਧੂਆਂ ਦਿਖਾਈ ਦਿੱਤਾ ਤਾਂ ਸੰਗਤ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਪਟੜੀ ਤੇ ਆ ਬੈਠੀ। ਰੇਲ ਗੱਡੀ ਦੇ ਡਰਾਈਵਰ ਨੇ ਪਟੜੀ ਦੇ ਬੰਦੇ ਦੇਖ ਉਹਨਾਂ ਨੂੰ ਦੂਰ ਹੋ ਜਾਣ ਲਈ ਸੀਟੀ ਵਜਾਈ। ਡਰਾਈਵਰ ਵੱਲੋਂ ਅਨੇਕਾਂ ਯਤਨ ਕਰਨ ਦੇ ਬਾਵਜੂਦ ਕੋਈ ਟਸ ਤੋਂ ਮਸ ਨਾ ਹੋਇਆ। ਇਹ ਸਭ ਵੇਖ ਡਰਾਈਵਰ ਨੂੰ ਕੰਬਣੀ ਚਿੜ ਗਈ ਤੇ ਅਪੋਲ ਹੀ ਉਸ ਦਾ ਹੱਥ ਗੱਡੀ ਦੀ ਬ੍ਰੇਕ ਤੇ ਜਾ ਪਿਆ, ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਰੇਲ ਗੱਡੀ ਹੇਠ ਆ 8 ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਚੋਂ 2 ਸਿੰਘ ਸ਼ਹੀਦੀ ਜਾਮ ਪੀ ਗਏ। ਪੰਜਾ ਸਾਹਿਬ ਵਿੱਚ ਪਹਿਲਾਂ ਵਲੀ ਕੰਧਾਰੀ ਦਾ ਹੰਕਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੋੜਿਆ, ਫਿਰ ਅੰਗਰੇਜ਼ ਕਾਲ ਦੇ ਵਿੱਚ ਜਿਹੜਾ ਅੰਗਰੇਜ਼ਾਂ ਦਾ ਹੰਕਾਰ ਹੈ ਉਹ ਇੱਥੋਂ ਦੇ ਯੋਧਿਆਂ ਨੇ ਤੋੜਿਆ। ਮਤਲਬ ਇਹ ਇੱਕ ਟੱਕਰ ਹੈ ਜਿਹਦੇ ਵਿੱਚ ਉਹ ਵੀ ਇੱਕ ਟੱਕਰ ਸੀ, ਇਹ ਵੀ ਇੱਕ ਟੱਕਰ ਹੈ, ਪਰ ਇੱਥੇ ਜਿਹੜੀ ਧਰਮ ਦੀ ਜੈ ਜੈਕਾਰ ਔਰ ਧਰਮ ਦੀ ਫਤਿਹ ਹੁੰਦੀ ਹੈ, ਕਿਉਂਕਿ ਉਹਨਾਂ ਦੇ ਮਨਾਂ 'ਚ ਬੇਈਮਾਨੀ ਸੀ, ਰਾਜ ਸੱਤਾ ਵਾਲਿਆਂ ਦੇ ਸੀ ਜਾਂ ਕੰਧਾਰੀ ਦੇ ਮਨ ਵਿੱਚ ਸੀ, ਪਰ ਇਹ ਗੁਰੂ ਨਾਨਕ ਦਾ ਘਰ ਜਿਹੜਾ ਇਹ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ ਔਰ ਇਹਨਾਂ ਦੀ ਫਤਿਹ ਦਾ ਇਹ ਦਿਨ ਹੈਗਾ ਜਿੱਥੇ ਇਹਨਾਂ ਨੇ ਆਪਣੀ ਜਿਹੜੀ ਅਰਦਾਸ ਕੀਤੀ ਉਹਨੂੰ ਪੂਰਿਆਂ ਕੀਤਾ ਕਿ ਕਿਉਂਕਿ ਏਡੀ ਭਾਰੀ ਜਿਹੜੀ ਕਹਿ ਲਓ ਗੱਡੀ ਵੱਡੀ ਜਾ ਰਹੀ ਹੈ ਤੇ ਅੱਗੇ ਵਿਸ਼ ਜਾਣਾ ਕਿ ਅਸੀਂ ਰੋਕ ਕੇ ਵਿਖਾਵਾਂਗੇ। ਇਹ ਵੀ ਜਾਵੀਆ ਚਾਹੀਦਾ ਕਿਉਂ ਨਹੀਂ ਤਾਂ ਆਮ ਬੰਦਾ ਸਮਝਦਾ ਕੋਈ ਨਹੀਂ, ਫਿਰ ਜੇ ਨਹੀਂ ਰੋਕਦੇ ਤਾਂ ਜਾਣ ਦਿਓ। ਸਾਕਾ ਪੰਜਾ ਸਾਹਿਬ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਦੇ ਉਸ ਇਤਿਹਾਸਕ ਰੇਲਵੇ ਸਟੇਸ਼ਨ ਤੇ ਕਰੋੜਾਂ ਰੁਪਏ ਖਰਚ ਕੇ ਸ਼ਹੀਦਾਂ ਦੀ ਉਸ ਯਾਦ ਨੂੰ ਸਦੀਵੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ 'ਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ 'ਚ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਸੇਬਾ ਕਰ ਰਹੇ ਹਨ। ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਦੇ ਲਈ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੰਜੀਦਾ ਹੈ, ਜਿਸ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾ ਸਾਹਿਬ ਦਾ ਸਾਕਾ ਸਿੱਖ ਇਤਿਹਾਸ ਦਾ ਅਹਿਮ ਪੰਨਾ ਹੈ, ਜਿਸ ਨੂੰ ਪੜ੍ਹ ਸੁਣ ਕੇ ਸਿੱਧ ਹੁੰਦਾ ਹੈ ਕਿ ਕਿਸ ਤਰ੍ਹਾਂ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਦਿਆਂ ਸਿੱਖਾਂ ਨੇ ਗੁਰੂ ਦੇ ਸਿਧਾਂਤ ਤੇ ਪਹਿਰਾ ਦਿੱਤਾ ਤੇ ਕਈ ਦਿਨਾਂ ਤੋਂ ਭੁੱਖਣ ਭਾਣੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੀ ਜਾਨ ਵੀ ਨਿਸ਼ਾਵਰ ਕਰ ਦਿੱਤੀ। ਵੇਖੋ ਜਿਹੜੇ ਕੌਮੀ ਵਾਰਸ ਹੁੰਦੇ ਉਹਨਾਂ ਦੇ ਮਨਾਂ ਵਿੱਚ ਮਤਲਬ ਕਿ ਇਤਿਹਾਸਕ ਪਹਿਚਾਣ ਵੀ ਰਹਿਣੀ ਜ਼ਰੂਰੀ ਹੈ ਕਿ ਕੋਈ ਵੀ ਕਈ ਵਾਰੀ ਨਾ ਕੁਝ ਸਾਕੇ ਲੋਕਾਂ ਦੇ ਜੇ ਮਨਾਂ 'ਚ ਪਰਪੱਕ ਨਹੀਂ ਹੁੰਦੇ ਜਾਂ ਉਹਦੇ ਬਾਰੇ ਵੱਡਾ ਗਿਆਨ ਨਹੀਂ ਹੁੰਦਾ, ਦਿਨ ਦਿਹਾੜ ਦੇ ਨਾਲ ਇੱਕ ਜਾਗਰਤੀ ਆਉਂਦੀ ਹੈ। ਮੇਰਾ ਖਿਆਲ ਹੈ ਕਿਉਂਕਿ ਇਹਨਾਂ ਸਾਕਿਆਂ ਤੇ ਬਹੁਤ ਕੁਝ ਹੋ ਸਕਦਾ
ਜਿਹੜਾ ਪ੍ਰਚਾਰ ਵਾਸਤੇ ਚਲੋ ਸੈਮੀਨਾਰ ਤਾਂ ਹੋਣਗੇ ਹੀ, ਬਹੁਤ ਸਾਰਾ ਇਤਿਹਾਸ ਵੀ ਰਚਿਆ ਜਾਂਦਾ, ਨਿਊਜ਼ਪੇਪਰ ਵੀ ਹੈ, ਸਾਡਾ ਅੱਜ ਦਾ ਮੀਡੀਆ ਵੀ ਹੈ ਇਸ ਗੱਲ ਨੂੰ ਪ੍ਰਚਾਰਦਾ। ਔਰ ਇਹਦੇ ਵਿੱਚੋਂ ਜਿਹੜਾ ਖਾਸ ਕਰਕੇ ਹੁੰਦਾ ਵੀ ਜਿਹੜੇ ਕੌਮੀ ਵਾਰਸ ਹੁੰਦੇ ਨਾ, ਉਹਨਾਂ ਦੀ ਜਿਹੜੀ ਸ਼ਰਧਾ ਭਾਵਨਾ ਨੂੰ ਪ੍ਰਪੱਖ ਕਰਨਾ ਵੀ ਇਹਨਾਂ ਦਿਨਾਂ ਵਿੱਚ ਇਸ ਲਈ ਜ਼ਰੂਰੀ ਹੁੰਦਾ ਕਿ ਅਸੀਂ ਉਹਨਾਂ ਦੇ ਵਾਰਸ ਹਾਂ। ਔਰ ਹਮੇਸ਼ਾ ਸਮਾਜ ਦੇ ਵਿੱਚ ਜਿਹੜੇ ਵਾਰਸ ਹੀ ਕਿਸੇ ਵਿਰਸੇ ਨੂੰ ਜਿਉਂਦਿਆਂ ਰੱਖਦੇ ਨੇ। ਜਿਵੇਂ ਅਸੀਂ ਕੋਈ ਦੀਵਾਲੀ ਦਾ ਦਿਨ ਆਉਂਦਾ, ਕੋਈ ਹੋਰ ਆਉਂਦਾ, ਸਾਡੇ ਬਹੁਤ ਸੈਂਕੜੇ ਸਾਲ ਪਹਿਲਾਂ ਇਹ ਸਾਰੇ ਇਤਿਹਾਸਕ ਵਰਤਾਰੇ ਹੋਏ ਨੇ, ਪਰ ਅਸੀਂ ਵਾਰਸ ਜਿਉਂਦੇ ਹਾਂ ਤੇ ਉਸ ਦਿਨ ਦੇ ਉੱਤੇ ਅਸੀਂ ਦੀਪਮਾਲਾ ਵੀ ਕਰਦੇ ਹਾਂ, ਘਰਾਂ ਨੂੰ ਵੀ ਸ਼ਿੰਗਾਰਦੇ ਹਾਂ ਤੇ ਬਹੁਤ ਕੁਝ ਇਸ ਤਰ੍ਹਾਂ ਦਾ ਸਾਡਾ ਇੱਕ ਖੁਸ਼ੀ ਉਮਾਹ ਵੀ ਹੁੰਦਾ। ਇਹਦਾ ਮਤਲਬ ਹੁੰਦਾ ਕਿ ਉਹ ਵਾਰਸ ਕੁਝ ਜਿਉਂਦੇ ਨੇ। ਤੇ ਇਹ ਦਿਨ ਵੀ ਜਿਹੜਾ ਇਹ ਉਹ ਜਾਗਰਤੀ ਦਾ ਦਿਨ ਹੈ ਜਿਹਦੇ ਵਿੱਚ ਸਮੂਹ ਸੰਸਥਾਵਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਨੂੰ, ਮੇਰਾ ਤਾਂ ਹੋਰ ਵੀ ਹੈ ਕਿ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ ਪਿੰਡ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ, ਇਹਨਾਂ ਨੂੰ ਕੁਝ ਨਵੇਂ ਏਜੰਡੇ ਲੈਣੇ ਚਾਹੀਦੇ ਆ। ਤੇ ਚਾਹੇ ਉਹ ਕਿਸੇ ਗਰੀਬ ਦੇ ਲਈ ਜਿਹੜਾ ਗੋਲਕ ਦੇ ਵਿੱਚ ਕੁਝ ਹਿੱਸਾ ਫੀਸ ਵਾਸਤੇ ਵੀ ਰੱਖਣਾ ਚਾਹੀਦਾ। ਨੌਜਵਾਨਾਂ ਦੇ ਕੋਈ ਮੁਕਾਬਲੇ ਹੋਣੇ ਚਾਹੀਦੇ ਆ, ਨੌਜਵਾਨਾਂ ਦੇ ਵਿਸ਼ੇਸ਼ ਦਿਨ ਮਨਾਉਣੇ ਚਾਹੀਦੇ ਆ, ਯੂਥ ਨੂੰ ਇਹਦੇ ਨਾਲ ਜੋੜਨਾ ਚਾਹੀਦਾ ਔਰ ਉਹਨਾਂ ਦੇ ਵਿੱਚ ਇਹ ਵੀ ਜਾਗਰਤੀ ਆਵੇ ਕਿ ਅਸੀਂ ਆਪਦੇ ਵਾਰਸਾਂ ਦਾ ਇਹ ਦਿਨ ਮਨਾ ਰਹੇ ਹਾਂ। ਇਹਦੇ ਵਾਸਤੇ ਅਜੇ ਵੱਡੇ ਪ੍ਰੋਗਰਾਮ ਲਿਖਣੇ ਚਾਹੀਦੇ ਆ। ਸਿਰਫ ਇਹ ਪਰੰਪਰਾਗਤ ਨਹੀਂ ਹੈ ਕਿ ਇੱਕ ਦਿਨ ਆਇਆ ਮਨਾ ਲਿਆ ਤੇ ਖਤਮ ਹੋ ਗਿਆ। ਮੇਰਾ ਖਿਆਲ ਹੈ ਕੌਮਾਂ ਜਿਉਂਦੀਆਂ ਕੌਮਾਂ ਨੂੰ ਵੱਡੇ ਏਜੰਡੇ ਲੈ ਕੇ ਚੱਲਣਾ ਚਾਹੀਦਾ ਕਿ ਜਿਹਦੇ ਰਿਜ਼ਲਟ ਵੀ ਬਹੁਤ ਚੰਗੇ ਹੋਣ ਔਰ ਜਿਹੜਾ ਸਮਾਜ ਦੇ ਵਿੱਚ ਸੁਨੇਹਾ ਵੀ ਬਹੁਤ ਚੰਗਾ ਜਾਵੇ ਕਿ ਇਹਨਾਂ ਪੁਰਖਿਆਂ ਨੇ ਜਿਹੜੀ ਇੱਕ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਔਰ ਸਭ ਤੋਂ ਵੱਡੀ ਹੈ ਕਿ ਸਾਡਾ ਸ਼ਰਧਾ ਭਰੋਸਾ ਉਸ ਸਥਾਨ ਨਾਲ ਜੋੜਨਾ ਚਾਹੀਦਾ ਜਿੱਥੇ ਗੁਰੂ ਦੀ ਦੈਵੀ ਸ਼ਕਤੀ ਨੇ ਇੱਕ ਮਹਾਨ ਕੌਤਕ ਕੀਤਾ, ਇੱਕ ਵਲੀ ਦਾ ਹੰਕਾਰ ਤੋੜਿਆ ਔਰ ਉਹ ਗੁਰੂ ਦੀਆਂ ਬਰਕਤਾਂ ਸਦਾ ਹੀ ਵਰਸਦੀਆਂ ਨੇ। ਪਰ ਸਾਡਾ ਭਰੋਸਾ, ਵਿਸ਼ਵਾਸ ਤੇ ਸ਼ਰਧਾ ਤਰਕ ਤੋਂ ਉੱਪਰ ਉੱਠ ਕੇ ਵਿਵੇਕਸ਼ੀਲਾਂ ਵਾਲਾ ਹੋਣਾ ਚਾਹੀਦਾ ਔਰ ਵਿਵੇਕਸ਼ੀਲਤਾ ਤੇ ਪਹਿਰਾ ਦੇਣਾ ਚਾਹੀਦਾ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਸ਼ਤਾਬਦੀਆਂ ਨੂੰ ਯਾਦਗਾਰ ਤੇ ਇਤਿਹਾਸਕ ਬਣਾਉਣ ਦੇ ਲਈ ਪੂਰੀ ਤਰ੍ਹਾਂ ਸੰਜੀਦਾ ਹੈ, ਜਿਸ ਲਈ SGPC ਨੇ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੀ ਰੂਪਰੇਖਾ ਵੀ ਤਿਆਰ ਕਰ ਲਈ ਹੈ। ਉਸ ਸੰਬੰਧ ਦੇ ਵਿੱਚ ਅੱਜ 18 ਨਵੰਬਰ ਨੂੰ ਵੀ ਸਮਝ ਲਓ ਤੇ 30 ਅਕਤੂਬਰ ਨੂੰ ਵੀ ਸਮਝ ਲਓ ਤੇ 8 ਅਗਸਤ ਨੂੰ ਵੀ ਸਮਝ ਲਓ, ਉਹ 100 ਸਾਲ ਇਸ ਸਾਲ ਪੂਰਾ ਹੋਣਾ ਹੈ। ਉਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਅੰਮ੍ਰਿਤਸਰ ਇੱਕ ਚਿੱਤਰਕਲਾ ਵਰਕਸ਼ਾਪ ਲਾਈ ਗਈ। ਉਹਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ 30 ਆਰਟਿਸਟਾਂ ਨੂੰ ਬੁਲਾ ਕੇ 30 ਚਿੱਤਰ ਤਿਆਰ ਕੀਤੇ ਗਏ, ਜਿਹਦੇ ਵਿੱਚ ਪੰਜਾ ਸਾਹਿਬ ਤੇ ਗੁਰੂ ਕੇ ਬਾਗ ਦੇ ਮੋਰਚੇ ਦੇ ਨਾਲ ਸੰਬੰਧਿਤ ਉਹ ਸਾਰੇ ਚਿੱਤਰ ਹਨ, ਜਿਹੜੇ ਕਿ ਜਦੋਂ ਇਹ 6 ਤੋਂ 8 ਅਗਸਤ ਤੱਕ ਗੁਰੂ ਕੇ ਬਾਗ ਦੇ ਮੋਰਚੇ ਦੀ 100 ਸਾਲਾ ਮਨਾਈ ਜਾਊਗੀ, ਉਸ ਸਮੇਂ ਉਹ ਚਿੱਤਰ ਸੰਗਤਾਂ ਨੂੰ ਦਿਖਾਏ ਜਾਣਗੇ। ਲੇਕਿਨ ਇਸ ਤੋਂ ਪਹਿਲਾਂ 2020 ਦੇ ਵਿੱਚ ਇੱਕ 32 ਚਿੱਤਰ ਵੀ ਅਸੀਂ ਤਿਆਰ ਕੀਤੇ ਸਨ। ਇਹਨਾਂ ਦੇ ਸਮੇਤ ਉਹ 62 ਚਿੱਤਰ ਹੋ ਜਾਣੇ ਹਨ। ਇਹ 62 ਚਿੱਤਰਾਂ ਦੀ ਇੱਕ ਘੰਟੇ ਦੀ ਡਾਕੂਮੈਂਟਰੀ ਤਿਆਰ ਕੀਤੀ ਜਾਊਗੀ। ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ, ਮਨ ਤਨ ਪੈ ਅਰੋਗਾ। ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਦੇ ਆਧਾਰਿਤ ਇਹ ਸੀ ਸਾਡੀ ਖਾਸ ਪੇਸ਼ਕਸ਼। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।